जी नाजरीन अस्सलाम वालेकुम वरहमतुल्लाहि वबरकातुहू। की हाल चाल है जी? ठीक ठाक हो? उम्मीद अल्लाह ताला दे हुक्म दे नाल इंशाअल्लाह तुसीं सारे ठीक ठाक होवोगे। ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਤਿੰਨ ਚਾਰ ਖਬਰਾਂ ਦੇ ਬਾਰੇ ਦੱਸਾਂਗਾ ਕਿ ਇੱਕ ਤਾਂ ਖਬਰ ਆ ਆਸਫ ਅਲੀ ਜ਼ਰਦਾਰੀ ਸਾਹਿਬ ਦੇ ਬਾਰੇ 'ਚ, ਦੂਜੀ ਖਬਰ ਆ ਪੈਟਰੋਲ ਦੇ ਬਾਰੇ 'ਚ, ਤੀਸਰੀ ਖਬਰ ਆ ਕਿ PIA ਦੀ ਨਿਜਕਾਰੀ, ਤੇ ਚੌਥੀ ਖਬਰ ਜਿਹੜੀ ਆ ਉਹ ਹੈ 6 ਪਾਕਿਸਤਾਨੀਆਂ ਨੂੰ ਸਾਊਦੀ ਅਰਬ ਦੇ ਵਿੱਚ ਪਕੜ ਲਿਆ ਗਿਆ। ਤੇ ਉਸ ਤੋਂ ਇਲਾਵਾ ਇੱਕ ਖਬਰ ਆ ਅਲੀ ਅਮੀਨ ਗੰਡਾਪੁਰੀ, ਉਹਨਾਂ ਨੇ ਜਿਸ ਤਰ੍ਹਾਂ ਸਾਨੇ 9 ਮਈ ਦਾ ਇੱਕ ਵਾਕਿਆ ਹੋਇਆ ਸੀ ਉਸੇ ਤਰ੍ਹਾਂ ਦਾ ਵਾਕਿਆ ਇੱਕ ਹੋਰ ਕਰਨੇ ਦਾ ਐਲਾਨ ਕੀਤਾ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਇਹ ਆ ਕਿ ਆਸਫ ਅਲੀ ਜ਼ਰਦਾਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਇੱਕ ਨਿੱਜੀ ਦੌਰੇ ਤੇ ਦੁਬਈ 2 ਦਿਨ ਵਾਸਤੇ ਜਾ ਰਹੇ ਨੇ, ਲੇਕਿਨ ਅਸਲ ਦੇ ਵਿੱਚ ਉਹ ਜਿਹੜੀ ਬਖਤਾਵਰ ਭੁੱਟੋ ਆ ਉਹਦਾ ਤੀਸਰਾ ਬੱਚਾ ਜਿਹੜਾ ਹੋਇਆ ਉਹਦੀ ਮੁਬਾਰਕ ਦੇਣ ਵਾਸਤੇ ਦੁਬਈ ਗਏ ਸੀ। ਤੇ ਦੱਸਦੇ ਨੇ ਈਵਾਨ ਸਦਰ ਦੀ ਤਰਫੋਂ ਕਿ ਜਿਸ ਵੇਲੇ ਦੁਬਈ ਪਹੁੰਚੇ ਏਅਰਪੋਰਟ ਤੇ ਹਵਾਈ ਜਹਾਜ਼ ਤੋਂ ਉਤਰਨ ਲੱਗੇ ਉਹਨਾਂ ਦਾ ਪਾँव ਫਿਸਲ ਗਿਆ, ਉਹਨਾਂ ਦਾ ਪੈਰ ਫਿਸਲ ਗਿਆ ਔਰ ਉਹਦੇ ਚੋਟ ਆਈ। ਫਿਰ ਉੱਥੋਂ ਉਸ ਤੋਂ ਬਾਅਦ ਉਹਨੂੰ ਫਿਰ ਹਸਪਤਾਲ ਲੈ ਕੇ ਜਾਂਦੇ ਨੇ। ਉੱਥੇ ਫਿਰ ਡਾਕਟਰ ਸਾਹਿਬ ਉਹਦੀ ਲੱਤ ਦੇ ਉੱਤੇ ਪਲਸਤਰ ਲਾਉਂਦੇ ਨੇ। ਦੱਸਦੇ ਨੇ ਕਿ ਉਹਦੀ ਲੱਤ ਦੇ ਉੱਤੇ ਪਲਸਤਰ ਲਾਇਆ ਗਿਆ। ਹੁਣ 4 ਹਫ਼ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਬੈੱਡ ਰੈਸਟ ਵਾਸਤੇ ਕਿਹਾ। ਉਹ ਪਲਸਤਰ ਲਾਉਣ ਤੋਂ ਬਾਅਦ ਉਹਨਾਂ ਨੂੰ ਫਿਰ ਉਹਨਾਂ ਦੇ ਘਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਹ ਸਾਰੀ ਰਿਪੋਰਟ ਈਵਾਨ ਸਦਰ ਤੋਂ ਆਈ ਆ ਕਿ ਉਹਨਾਂ ਦੀ ਲੱਤ ਤੇ ਜਿਹੜਾ ਫ੍ਰੈਕਚਰ ਆਇਆ ਸੀ ਉਹਦੇ ਉੱਤੇ ਪਲਸਤਰ ਲਾਇਆ ਗਿਆ ਔਰ 4 ਹਫ਼ਤੇ ਵਾਸਤੇ ਡਾਕਟਰਾਂ ਨੇ ਕਿਹਾ ਕਿ ਤੁਸੀਂ ਬੈੱਡ ਰੈਸਟ ਕਰੋ। ਇਸ ਤਰ੍ਹਾਂ ਆਸਫ ਅਲੀ ਜ਼ਰਦਾਰੀ ਸਾਹਿਬ ਨਾਲ ਇਹ ਵਾਕਿਆ ਪੇਸ਼ ਆਇਆ। ਦੂਸਰੀ ਖਬਰ ਇਹ ਆ ਕਿ ਹਕੂਮਤ ਨੇ ਗਰੀਬ ਲੋਕਾਂ ਉੱਤੇ ਪੈਟਰੋਲ ਬੰਬ ਕਰਾ ਦਿੱਤਾ। ਹਾਲਾਂਕਿ ਪੈਟਰੋਲ ਸਸਤਾ ਹੋਣ ਦੀ ਅਫਵਾਹ ਸੀ ਸਾਰੇ ਮੁਲਕ ਦੇ ਵਿੱਚ, ਲੋਕ ਕਹਿ ਰਹੇ ਸੀ ਪੈਟਰੋਲ ਸਸਤਾ ਹੋਏਗਾ, ਲੇਕਿਨ ਪੈਟਰੋਲ ਜਿਹੜਾ 1 ਰੁਪਇਆ 35 ਪੈਸੇ ਇਹਨਾਂ ਨੇ ਮਹਿੰਗਾ ਕਰਤਾ, ਉਲਟ ਹੋ ਗਿਆ। ਤੇ ਉਹ ਮਹਿੰਗਾਈ ਦੀ ਵਜ੍ਹਾ ਨਾਲ ਲੋਕ ਅੱਗੇ ਪਿਸ ਰਹੇ ਨੇ ਵਿਚਾਰੇ, ਤੇ ਪੈਟਰੋਲ 1 ਰੁਪਇਆ 35 ਪੈਸੇ ਇਹਨਾਂ ਨੇ ਮਹਿੰਗਾ ਕਰਤਾ ਬਜਾਏ ਸਸਤਾ ਕਰਨੇ ਤੇ। ਤੀਸਰੀ ਖਬਰ ਇਹ ਆ ਕਿ ਇੱਕ ਬੋਲੀ ਦੇਣੇ ਵਾਲਾ ਬੰਦਾ ਜਿਨ੍ਹਾਂ ਨੇ PIA ਦੀ ਬੋਲੀ ਦਿੱਤੀ ਨਿਜਕਾਰੀ ਦੀ, ਜਿਸ ਵੇਲੇ ਇਹ ਬੋਲੀ ਦਾ ਆਗਾਜ਼ 1:30 ਵਜੇ ਸ਼ੁਰੂ ਹੋਇਆ, ਸ਼ਾਮ ਨੂੰ ਤਕਰੀਬਨ 6-6:30 ਵਜੇ ਤੱਕ ਇਹ ਫਿਰ ਬੋਲੀ ਜਿਹੜੀ ਸੀ ਖਤਮ ਹੋ ਗਈ। ਹਕੂਮਤ ਨੇ ਪਲਾਨਿੰਗ ਇਹ ਬਣਾਈ ਸੀ ਕਿ ਅਸੀਂ ਬੋਲੀ ਜਿਹੜੀ ਆ 85 ਅਰਬ ਰੁਪਏ ਤੋਂ ਸਟਾਰਟ ਕਰਾਂਗੇ, ਤੇ ਲੇਕਿਨ ਇਹ ਸਾਰਾ ਸਿਲਸਿਲਾ ਮਾਮਲਾ ਜਿਹੜਾ ਉਲਟ ਹੋ ਗਿਆ, ਗਲਤ ਹੋ ਗਿਆ। ਹਕੂਮਤ ਦੀ ਤਵੱਕੁਆ ਤੋਂ ਖਿਲਾਫ ਕੰਮ ਹੋਇਆ ਕਿ PIA ਜਿਹੜਾ ਇੱਕ ਪ੍ਰੋਫਿਟ ਵਾਲਾ ਇਦਾਰਾ ਸੀ, ਉਸ ਤੋਂ ਬਾਅਦ ਫਿਰ ਇਹ ਘਾਟੇ ਦੇ ਵਿੱਚ ਚਲਾ ਗਿਆ। ਫਿਰ ਰਹੀ ਸਹੀ ਕਸਰ ਜਿਹੜੀ ਆ ਇਮਰਾਨ ਖਾਨ ਸਾਹਿਬ ਦੇ ਦੌਰ ਦੇ ਵਿੱਚ PIA ਨੂੰ ਜਿਹੜੀ ਪਹੁੰਚੀ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਿੰਨੇ ਵੀ PIA ਦੇ ਜਿਹੜੇ ਆਪਣੇ ਪਾਇਲਟ ਨੇ ਇਹ ਸਾਰੇ ਅਨਟ੍ਰੇਨਡ ਨੇ, ਇਹਨਾਂ ਕੋਲ ਡਿਗਰੀ ਨਹੀਂ ਹੈਗੀ। ਉਸ ਦੀ ਵਜ੍ਹਾ ਨਾਲ ਫਿਰ PIA ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ, ਤੇ ਜਿਹਦੀ ਵਜ੍ਹਾ ਨਾਲ ਸਾਡਾ PIA ਅਦਾਰਾ ਜਿਹੜਾ ਰਹੀ ਸਹੀ ਉਹਦੀ ਕਸਰ ਸੀ ਉਹ ਵੀ ਨਿਕਲ ਗਈ। ਇਸ ਬਿਆਨ ਦੇ ਦੇਣ ਤੋਂ ਬਾਅਦ PIA ਅਦਾਰਾ ਬਿਲਕੁਲ ਬਹਿ ਗਿਆ, ਤੇ ਫਿਰ ਹੁਣ ਹਕੂਮਤ ਮਜਬੂਰ ਹੋ ਗਈ ਸੀ ਕਿ ਇਹਨੂੰ ਪ੍ਰਾਈਵੇਟ ਕਰ ਦਈਏ। ਤੇ ਪ੍ਰਾਈਵੇਟ ਕਰਨੇ ਵਾਸਤੇ ਹਕੂਮਤ ਨੇ ਐਲਾਨ ਕੀਤਾ ਸੀ ਕਿ ਇਹਦੀ ਬੋਲੀ ਇਸ ਤਰੀਕ ਨੂੰ ਹੋਵੇਗੀ। ਤੇ ਫਿਰ ਉਹ ਜਿਹੜੀ ਬੋਲੀ ਜਦੋਂ ਆਗਾਜ਼ ਹੋਇਆ ਉਹਦੇ ਵਿੱਚ ਹਕੂਮਤ ਨੇ 85 ਅਰਬ ਦਾ ਰੱਖਿਆ ਸੀ ਕਿ ਅਸੀਂ ਬੋਲੀ ਸਟਾਰਟ ਕਰਾਂਗੇ, ਲੇਕਿਨ ਉਹਦੀ ਬੋਲੀ ਜਿਹੜੀ ਸਟਾਰਟਿੰਗ ਹੈ ਬੋਲੀ ਦੇਣੇ ਵਾਲਾ ਇੱਕੋ ਬੰਦਾ ਪੇਸ਼ ਹੋਇਆ ਤੇ ਉਹਨੇ 10 ਅਰਬ ਦੀ ਬੋਲੀ ਦਿੱਤੀ। ਤੇ ਉਹਦੇ ਵਿੱਚ ਜਿਹੜੇ ਨੇ 60% ਹਿੱਸੇ ਜਿਹੜੇ ਨੇ 51% ਹੁੰਦੇ ਨੇ ਉਹ ਉਹਨੇ ਖਰੀਦਣੇ ਹੁੰਦੇ, ਬਾਕੀ ਗਵਰਨਮੈਂਟ ਦੇ ਹੁੰਦੇ ਨੇ। ਤੇ ਲੇਕਿਨ ਉਹ 10 ਅਰਬ ਦੀ ਬੋਲੀ ਹੋਈ ਆ ਤੇ ਸਿਰਫ ਇੱਕੋ ਬੰਦਾ ਆਇਆ ਉਸ ਬੋਲੀ ਦੇ ਵਿੱਚ ਪੇਸ਼ ਹੋਇਆ। ਤੇ ਸਾਰੇ ਬੰਦੇ ਜਿਹੜੇ ਸੀ ਬੋਲੀ ਦੇਣੇ ਵਾਲੇ, ਹੋਰ 3 ਬੰਦੇ ਸੀ, ਉਹਨਾਂ ਨੇ ਆਪਣਾ ਨਾਮ ਨਹੀਂ ਜ਼ਾਹਰ ਕੀਤਾ
ਉਹਨਾਂ ਨੇ ਕਿਹਾ ਕਿ ਅਸੀਂ ਇਸ ਵਾਸਤੇ ਇਨਵੈਸਟਮੈਂਟ ਨਹੀਂ ਕੀਤੀ ਕਿ PIA ਜਿਹੜਾ ਇਹਨੇ ਬੜੇ ਮੁਆਹਦੇ ਕੀਤੇ ਹੋਏ ਨੇ, ਐਗਰੀਮੈਂਟ ਕੀਤੇ ਹੋਏ ਨੇ, ਕੋਈ ਬੰਦਾ ਵੀ ਇਹਦੇ ਵਿੱਚ ਛਾਲ ਮਾਰਨੇ ਵਾਸਤੇ ਤਿਆਰ ਨਹੀਂ, ਪੈਸਾ ਇਨਵੈਸਟ ਕਰਨੇ ਵਾਸਤੇ ਕਿ ਹੋ ਸਕਦਾ ਇਹਦੇ ਵਿੱਚ ਨੁਕਸਾਨ ਹੋ ਜਾਏ। ਇਸ ਤਰ੍ਹਾਂ ਇਹ ਬੋਲੀ ਜਿਹੜੀ ਆ 10 ਅਰਬ ਰੁਪਏ ਤੇ ਹੀ ਇੱਕ ਬੰਦੇ ਨੇ ਦਿੱਤੀ ਔਰ ਉੱਥੇ ਹੀ ਮੁੱਕ ਗਈ। ਹਕੂਮਤ ਨੇ ਹੁਣ ਫੈਸਲਾ ਕੀਤਾ ਕਿ ਇਹ ਜਿਹੜਾ 10 ਅਰਬ ਬੋਲੀ ਦਾ ਫੈਸਲਾ ਜਿਹੜੀ ਬੋਲੀ ਲੱਗੀ ਆ, ਇਹ ਇੱਕ ਕਮੇਟੀ ਦੇ ਅੱਗੇ ਜਿਹੜੀ ਬਣਾਈ ਹੋਈ ਆ ਉਹਦੇ ਅੱਗੇ ਰੱਖਾਂਗੇ, ਫਿਰ ਉਸ ਤੋਂ ਬਾਅਦ ਫੈਸਲਾ ਕੀਤਾ ਜਾਏਗਾ ਕਿ ਇਹ ਪ੍ਰਾਈਵੇਟ ਕਰਨਾ ਜਾਂ ਨਹੀਂ ਕਰਨਾ। ਇੱਕ ਹੋਰ ਖਬਰ ਇਹ ਆ ਕਿ ਸਾਊਦੀ ਅਰਬ ਤੋਂ ਬਹੁਤ ਬੁਰੀ ਖਬਰ ਆ ਕਿ ਅੱਗੇ ਤੁਹਾਨੂੰ ਪਤਾ 4000 ਪਾਕਿਸਤਾਨੀਆਂ ਨੂੰ ਉਹਨਾਂ ਨੇ ਫੜ ਕੇ ਜਿਹੜੇ ਫਕੀਰ ਬਣ ਕੇ ਮੰਗਦੇ ਸੀ ਅੰਦਰ ਕਰਤਾ। ਤੇ ਇੱਕ ਹੋਰ ਨਵੀਂ ਖਬਰ ਆ ਕਿ 6 ਪਾਕਿਸਤਾਨੀ ਜਿਹੜੇ ਉੱਥੇ ਸਾਊਦੀ ਅਰਬ ਜਾਂਦੇ ਨੇ, ਜਾ ਕੇ ਉੱਥੇ ਇੱਕ ਸੋਨੇ ਦਾ ਤਾਜਰ ਆ ਜਿਹੜਾ, ਉਹਨੂੰ ਪਕੜਦੇ ਨੇ, ਪਕੜ ਕੇ ਉਹਦੀ ਦੁਕਾਨ ਤੇ ਉਹਨੂੰ ਲੈ ਜਾਂਦੇ ਨੇ, ਡਕੈਤੀ ਕਰਦੇ ਨੇ, ਉਹਦਾ ਤਾਲਾ ਖਲਵਾ ਕੇ ਤੇ ਉਹਦੇ ਕੋਲੋਂ ਤਕਰੀਬਨ ਸੋਨਾ ਜਿਹੜਾ ਨਾ ਉਹ ਕੱਢ ਕੇ ਲੈ ਕੇ ਪਾਕਿਸਤਾਨ ਆ ਰਹੇ ਸੀ। ਜਿਸ ਵੇਲੇ 에ਅਰਪੋਰਟ ਤੇ ਪਹੁੰਚੇ ਉਹਨਾਂ ਕੋ ਤਕਰੀਬਨ ਕਾਫੀ ਮੋਬਾਈਲ ਵੀ ਸੀ ਤੇ ਉਹ 6 ਪਾਕਿਸਤਾਨੀ ਫਿਰ ਸਾਊਦੀ ਹਕੂਮਤ ਨੇ ਧਰ ਲਏ ਤੇ ਉਹਨਾਂ ਨੂੰ ਫਿਰ ਉੱਥੇ ਪਕੜ ਲਿਆ। ਇਹ ਗੱਲਾਂ ਨੇ ਕਿ ਜਿਹੜੇ ਪਾਕਿਸਤਾਨੀ ਜਾ ਕੇ ਉੱਥੇ ਡਕੈਤੀਆਂ ਕਰਦੇ ਨੇ। ਅੱਗੇ ਯਾਰ ਪਾਕਿਸਤਾਨ ਬਦਨਾਮ ਹੋਇਆ ਪਿਆ, ਫਕੀਰ ਬਣ ਕੇ ਲੋਕ ਮੰਗਦੇ ਨੇ ਉੱਥੇ, ਤੇ ਹੁਣ ਇਹਨਾਂ ਨੇ 6 ਪਾਕਿਸਤਾਨੀਆਂ ਨੇ ਇਹ ਕੰਮ ਕੀਤਾ। ਪਾਕਿਸਤਾਨ ਦੇ ਬਾਰੇ 'ਚ ਸਾਊਦੀ ਹਕੂਮਤ ਜਾਂ ਹੋਰ ਲੋਕ ਜਿਹੜੇ ਨੇ ਉਹ ਕੀ ਸੋਚਣਗੇ ਕਿ ਪਾਕਿਸਤਾਨ ਦੇ ਲੋਕ ਕਿਸ ਤਰ੍ਹਾਂ ਦੇ ਨੇ। ਇਹ ਕੰਮ ਇਸ ਤਰ੍ਹਾਂ ਦੇ ਪਾਕਿਸਤਾਨੀ ਜਾ ਕੇ ਕਰਦੇ ਨੇ ਜਿਹੜੇ ਮੇਰੇ ਖਿਆਲ ਨਾਲ ਨਹੀਂ ਕਰਨੇ ਚਾਹੀਦੇ। ਪਾਕਿਸਤਾਨ ਦਾ ਨਾਮ ਬਦਨਾਮ ਹੁੰਦਾ। ਇਸ ਤਰ੍ਹਾਂ ਫਿਰ ਜਿਹੜੇ ਇਹ ਦੂਸਰੇ ਮੁਲਕ ਹੁੰਦੇ ਨੇ ਸਾਡੇ ਪਾਕਿਸਤਾਨੀਆਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦੇ ਔਰ ਫਿਰ ਵੀਜ਼ੇ ਵਾਸਤੇ ਪਾਬੰਦੀਆਂ ਲਾਉਂਦੇ ਨੇ। ਪਾਬੰਦੀ ਲੱਗ ਜਾਂਦੀ ਹੈ, ਫਿਰ ਵੀਜ਼ਾ ਨਹੀਂ ਮਿਲਦਾ ਕਿਸੇ ਕੰਟਰੀ ਦਾ ਵੀ। ਸਾਊਦੀ ਅਰਬ ਵਾਲਿਆਂ ਨੇ ਵੀ ਹੱਥ ਖਿੱਚ ਲਿਆ, ਤੰਗ ਕਰਤਾ। ਦੁਬਈ ਵਾਲਿਆਂ ਨੇ ਵੀ ਵੀਜ਼ੇ ਦੇਣੇ ਬੰਦ ਕਰਤੇ। ਇਸੇ ਵਜ੍ਹਾ ਨਾਲ ਕਿ ਸਾਡੇ ਪਾਕਿਸਤਾਨੀ ਲੋਕ ਜਿਹੜੇ ਨੇ ਜਾ ਕੇ ਗਲਤ ਕੰਮ ਕਰਦੇ ਨੇ ਔਰ ਫਿਰ ਪਾਕਿਸਤਾਨ ਦਾ ਜਿਹੜਾ ਨਾਮ ਆ ਬਦਨਾਮ ਹੁੰਦਾ। ਅਗਲੀ ਖਬਰ ਇਹ ਆ ਕਿ 9 ਮਈ ਦੇ ਵਾक़ੇ ਦੇ ਵਿੱਚ ਜਿੰਨੇ ਵੀ ਲੋਕ ਮੁਲਵਸ ਸੀ ਉਹਨਾਂ ਨੂੰ ਹੁਣ ਸਜ਼ਾਵਾਂ ਦੇਣ ਦਾ ਫੈਸਲਾ ਕੀਤਾ ਗਿਆ ਤੇ ਇਹ 8 ਨਵੰਬਰ ਨੂੰ ਉਮੀਦ ਆ ਕਿ ਇਹਨਾਂ ਦੇ ਉੱਤੇ ਫਰਦੇ ਜੁਰਮ ਆਇਦ ਹੋਏਗੀ ਤੇ ਬਾਕੀ ਇਹਨਾਂ ਨੂੰ ਸਜ਼ਾਵਾਂ ਹੋਣਗੀਆਂ ਜਾਂ ਫਰਦੇ ਜੁਰਮ ਆਇਦ ਹੋਏਗੀ ਕੋਈ ਖਬਰ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ 1 ਸਾਲ ਤੋਂ ਉੱਤੇ ਹੋ ਗਿਆ, ਜ਼ਿਆਦਾ ਅਰਸਾ ਹੋ ਗਿਆ ਇਹੀ ਸੁਣਦੇ ਆ ਕਿ ਇਹਨਾਂ ਨੂੰ ਸਜ਼ਾਵਾਂ ਹੋਣਗੀਆਂ, ਲੇਕਿਨ ਹਜੇ ਤੱਕ ਕਿਸੇ ਉੱਤੇ ਫਰਦੇ ਜੁਰਮ ਨਹੀਂ ਆਇਦ ਕੀਤੀ। ਪਤਾ ਨਹੀਂ ਕੀ ਬਣੇਗਾ, ਕੀ ਹੋਏਗਾ। ਅਲੀ ਅਮੀਨ ਗੰਡਾਪੁਰੀ ਸਾਹਿਬ ਨੇ ਹੁਣ ਐਲਾਨ ਕੀਤਾ ਕਿ ਅਸੀਂ ਫਿਰ ਦੁਬਾਰਾ एहतजाज करांगे और इमरान खान साहब नूं छड़ावांगे। ये तकरीर जिहड़ी आ तुसीं उन्हां दा बयान मैं तुहानूं सुणाउंदा, सुणो जिहड़ा उन्हां ने ताज़ा कीता बयान। पैगाम दे रहा हूं तमाम लोगों को कि इस दफा इंशाअल्लाह जो फैसला कुन जंग के लिए हम निकलेंगे तो अपने घरों में हम बता के निकलेंगे कि अगर हम वापस ना आए तो बस ठीक है, फिर हमारे जनाजे पढ़ लेना, क्योंकि अब हमें समझ आ चुकी है कि शराफत से, इज्जत से, कानून के मुताबिक इस मुल्क पे हक नहीं मिलता। ये जो हमारे अंदर ये खून है इसका जो कलर है वो लाल है, रेड, सुर्ख किस चीज का निशान है? इनकलाब का। तो जब खून का रंग रेड है तो मतलब है कि इनकलाब लाए बगैर मसाइल हल नहीं होते। ਇਹ ਸੀ ਬਿਆਨ ਜਿਹੜਾ ਤੁਸੀਂ ਸੁਣਿਆ ਅਲੀ ਅਮੀਨ ਗੰਡਾਪੁਰੀ ਦਾ ਆਇਆ। ਇਹ ਸਹੀ ਉਹਨਾਂ ਨੇ ਬਿਆਨ ਦਿੱਤਾ ਵੀ ਰਿਆਸਤ ਦੇ ਖਿਲਾਫ ਜਾਂ ਗਲਤ ਕੀਤਾ। ਤੇ ਇੱਕ ਹੋਰ ਖਬਰ ਇਹ ਆ ਕਿ ਖਾਵਰ ਮਾਨੇਕਾ ਤੇ ਬੁਸ਼ਰਾ ਬੀਬੀ ਦੇ ਜਿਹੜੇ ਪਹਿਲੇ 2 ਬੇਟੇ ਨੇ ਉਹਨਾਂ ਨੂੰ ਜਿਹੜਾ ਮਫਰੂਰ ਕਰਾਰ ਦਿੱਤਾ ਗਿਆ ਕਿਉਂਕਿ ਉਹ ਤਾਰੀਖ ਤੇ ਪੇਸ਼ ਨਹੀਂ ਹੋਏ। ਉਹਨਾਂ ਦੇ ਉੱਤੇ 11 ਅਰਬ ਰੁਪਏ ਦੀ ਕਰਪਸ਼ਨ ਦਾ ਮੁਕੱਦਮਾ ਜਿਹੜਾ ਜੱਜ ਆਸਫ ਬਸ਼ੀਰ ਸਾਹਿਬ ਸਾਹੀਵਾਲ ਦੇ ਵਿੱਚ ਨੇ ਉਹ ਸੁਣ ਰਹੇ ਨੇ ਐਂਟੀ ਕਰਪਸ਼ਨ ਦੇ, ਤੇ ਉਹ ਤਾਰੀਖ ਤੇ ਪੇਸ਼ ਨਹੀਂ ਹੋਏ ਤੇ ਅਦਾਲਤ ਨੇ ਉਹਨਾਂ ਤੇ ਗ੍ਰਿਫਤਾਰੀ ਦੇ ਆਰਡਰ ਜਾਰੀ ਕਰ ਦਿੱਤੇ ਨੇ। ਤੇ ਇਸ ਤਰ੍ਹਾਂ ਇਹ ਖਬਰ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ। ਉਮੀਦ ਆ ਤੁਹਾਨੂੰ ਪਸੰਦ ਆਈ ਹੋਏਗੀ।
अस्सलामु अलैकुम वरहमतुल्लाहि वबरकातुहू।